ਸਤਨਾਮ ਵਾਹਿਗੁਰੂ ਜੀ। ਸਾਰੰਗ ਮਹਿਲਾ ਪੰਜਵਾਂ। ਸਾਚੇ ਸਤਿਗੁਰੂ ਦਾਤਾਰਾ, ਦਰਸ਼ਨ ਦੇਖ ਸਗਲ ਦੁਖ ਨਾਸਹਿ। ਚਰਨ ਕਮਲ ਬਲਿਹਾਰਾ, ਸਾਚੇ ਸਤਿਗੁਰੂ ਦਾਤਾਰਾ। ਦਰਸ਼ਨ ਦੇਖ ਸਗਲ ਦੁਖ ਨਾਸਹਿ। ਚਰਨ ਕਮਲ ਬਲਿਹਾਰਾ। ਰਹਾਉ। ਸਤ ਪਰਮੇਸ਼ਰ ਸਤ ਸਾਧ ਜਨ, ਨਿਸ਼ਚਲ ਹਰਿ ਕਾ ਨਾਉ। ਭਗਤ ਭਾਵਨੀ ਪਾਰ ਬ੍ਰਹਮ ਕੀ, ਅਵਿਨਾਸੀ ਗੁਣ ਗਾਉ। ਅਗਮ ਅਗੋਚਰ ਮਿਤ ਨਹੀਂ ਪਾਈਐ, ਸਗਲ ਘਟਾਂ ਆਧਾਰ। ਨਾਨਕ ਵਾਹ ਵਾਹ ਕਹੋ ਤਾਂ ਕਹੋ, ਜਾ ਕਾ ਅੰਤ ਨ ਪਾਰ। ਅਗਮ ਅਗੋਚਰ ਮਿਤ ਨਹੀਂ ਪਾਈਐ, ਸਗਲ ਘਟਾਂ ਆਧਾਰ। ਨਾਨਕ ਵਾਹ ਵਾਹ ਕਹੋ ਤਾਂ ਕਹੋ, ਜਾ ਕਾ ਅੰਤ ਨ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਬਾਣੀ ਦੇ ਬੋਇਥ ਅਤੇ ਬ੍ਰਹਮ ਗਿਆਨ ਦੇ ਸਾਗਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਅਤੇ ਸਤ ਸੰਗਤ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰਬਾਣੀ ਦੀ ਵਿਚਾਰ ਜੋ ਹਰ ਰੋਜ਼ ਆਪ ਜੀ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਪਵਿੱਤਰ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਮਨੁੱਖਾ ਜ਼ਿੰਦਗੀ ਬੜੀ ਦੁਰਲੱਭ ਹੈ। ਇਸ ਦੁਰਲੱਭ ਜ਼ਿੰਦਗੀ ਦੇ ਅੰਦਰ ਸੁੱਖ ਪ੍ਰਾਪਤ ਕਰਨ ਦੇ ਲਈ ਮਨੁੱਖ ਬੜੇ ਯਤਨ ਕਰਦਾ ਹੈ। ਹੋਣਾ ਤਾਂ ਇਹ ਚਾਹੀਦਾ ਹੈ ਕਿ ਮਨੁੱਖ ਧਰਤੀ ਤੇ ਸਭ ਤੋਂ ਸੁਖੀ ਹੋਣਾ ਚਾਹੀਦਾ ਹੈ, ਕਿਉਂਕਿ ਇਹ ਸਭ ਤੋਂ ਉੱਤਮ ਹੈ। ਇਹਨੂੰ ਸ੍ਰਿਸ਼ਟੀ ਦਾ ਸਰਦਾਰ ਕਿਹਾ ਜਾਂਦਾ ਹੈ। 84 ਲੱਖ ਜੂਨਾਂ ਚੋਂ ਇਹਨੂੰ ਉੱਤਮ ਗਿਣਿਆ ਜਾਂਦਾ ਹੈ। ਪਰ ਇਹ ਉੱਤਮ ਤੇ ਹੈ, ਪਰ ਸੁਖੀ ਨਹੀਂ ਹੈ। ਔਰ ਸੁੱਖ ਦੀ ਖਾਤਰ ਸਾਰੀ ਜ਼ਿੰਦਗੀ ਇਹ ਯਤਨਸ਼ੀਲ ਰਹਿੰਦਾ ਹੈ। ਦੁਨਿਆਵੀ ਤੌਰ ਤੇ ਜਿੰਨੇ ਵੀ ਕਾਰਜ ਅਸੀਂ ਕਰਦੇ ਹਾਂ, ਭਾਵੇਂ ਉਹ ਧਾਰਮਿਕ ਨੇ, ਭਾਵੇਂ ਉਹ ਸੰਸਾਰਕ ਨੇ, ਇਹ ਸਭ ਸੁੱਖਾਂ ਦੀ ਖਾਤਰ ਨੇ। ਜੇ ਕੋਈ ਬਾਹਰੀ ਮਿਹਨਤ ਕਰਕੇ ਆਰਥਿਕ ਤੌਰ ਤੇ ਉੱਚਾ ਉੱਠਣਾ ਚਾਹੁੰਦਾ ਹੈ, ਦੁਨੀਆ ਦੇ ਧਨ ਪਦਾਰਥ ਇਕੱਤਰ ਕਰਦਾ ਹੈ, ਭਾਵਨਾ ਉਹਦੀ ਇਹ ਹੈ ਕਿ 4 ਪਦਾਰਥ ਹੋਣਗੇ ਤੇ ਸੁਖੀ ਹੋ ਜਾਵਾਂਗੇ। ਕੋਈ ਵੱਡਾ ਘਰ ਹੋਏਗਾ, ਕੋਈ ਵੱਡਾ ਰੁਤਬਾ ਹੋਏਗਾ, ਸੁਖੀ ਹੋ ਜਾਵਾਂਗੇ। ਜੇ ਕੋਈ ਵਿਦਿਆ ਲੈ ਕੇ ਗਿਆਨਵਾਨ ਹੋਣਾ ਚਾਹੁੰਦਾ ਹੈ ਤੇ ਮਨੋਰਥ ਉਹਦਾ ਵੀ ਇਹੀ ਹੈ ਕਿ ਵਿਦਿਆ ਹੋਏਗੀ, ਡਿਗਰੀਆਂ ਹੋਣਗੀਆਂ, ਪੜ੍ਹ ਲਿਖ ਕੇ 4 ਪੈਸੇ ਹੋਣਗੇ, ਸੁਖੀ ਹੋ ਜਾਵਾਂਗੇ। ਜੇ ਮਨੁੱਖ ਦੁਨੀਆ ਵਾਲੇ ਪਾਸੋਂ ਤੋਂ ਹਟ ਕੇ ਧਰਮ ਦੀ ਦੁਨੀਆ ਚਾਹੁੰਦਾ ਹੈ, ਇੱਥੇ ਜਪ ਤਪ ਕਰਦਾ ਹੈ, ਪਾਠ ਪੂਜਾ ਕਰਦਾ ਹੈ, ਮੰਗ ਇੱਥੇ ਵੀ ਇਹੀ ਹੈ ਕਿ ਸਾਨੂੰ ਸੁੱਖ ਮਿਲ ਜਾਏ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਹੇ ਨੇ ਕਿ ਜਾਓ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇ। ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇਹ। ਗੁਰਦੇਵ ਕਹਿੰਦੇ ਮਨੁੱਖ ਨੂੰ ਕਿਹਾ ਮਨਾ
ਇਹ ਜ਼ਿੰਦਗੀ ਦੁਰਲੱਭ ਹੈ। ਦੁਰਲੱਭ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਜਿਹੜੀ ਕਿਤੇ ਉਹ ਮਿਲੇ ਹੀ ਨਾ, ਕਿਸੇ ਵੀ ਕੀਮਤ 'ਤੇ ਨਾ ਮਿਲੇ, ਦੁਬਾਰਾ ਮਿਲ ਹੀ ਨਾ ਸਕੇ। ਮਨੁੱਖਾ ਜ਼ਿੰਦਗੀ ਦੁਰਲੱਭ ਹੈ। ਗੁਰਬਾਣੀ 'ਚ ਵਾਰ-ਵਾਰ ਸਤਿਗੁਰੂ ਜੀ ਨੇ ਕਿਹਾ ਹੈ, ਭਗਤ ਜੀ ਦੇ ਬਚਨ ਕਬੀਰ, ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੰਬਾਰ। ਮਨੁੱਖਾ ਜ਼ਿੰਦਗੀ ਦੁਰਲੱਭ ਹੈ, ਇਹ ਵਾਰ-ਵਾਰ ਨਹੀਂ ਮਿਲਦੀ। ਸਤਿਗੁਰੂ ਜੀ ਕਹਿੰਦੇ, ਮਨੁੱਖਾ ਬੰਦਿਆ ਜ਼ਿੰਦਗੀ ਦੁਰਲੱਭ ਹੈ। ਇਹ ਜ਼ਿੰਦਗੀ ਦੇ ਅੰਦਰ ਜੇ ਤੂੰ ਸੁੱਖ ਚਾਹੁੰਦਾ ਹੈ ਤੇ ਫਿਰ ਸ਼ਰਨ ਰਾਮ ਕੀ ਲੈ, ਕੇਵਲ ਤਾਂ ਕੇਵਲ ਪਰਮਾਤਮਾ ਦੀ ਸ਼ਰਨ ਚਾਹ। ਮਨੁੱਖ ਸੁੱਖਾਂ ਦੀ ਖਾਤਰ ਦੁਨੀਆ ਦੀ ਸ਼ਰਨ 'ਚ ਜਾਂਦਾ ਹੈ, ਮਨੁੱਖਾਂ ਦੀ ਸ਼ਰਨ ਜਾਂਦਾ ਹੈ, ਲੇਕਿਨ ਦੁਨੀਆ ਦੀ ਹਰ ਚੀਜ਼ ਜਿਹੜੀ ਹੈ ਉਹ ਨਾਸਵੰਤ ਹੈ, ਕੋਈ ਥਿਰ ਰਹਿਣ ਵਾਲੀ ਹੈ ਹੀ ਨਹੀਂ। ਜਿਹੜੀ ਚੀਜ਼ ਆਪ ਥਿਰ ਨਾ ਹੋਵੇ ਉਸ ਨੇ ਦੂਸਰਿਆਂ ਨੂੰ ਸੁੱਖ ਕੀ ਦੇਣਾ, ਉਹ ਹੋਰ ਨੂੰ ਸੁੱਖ ਨਹੀਂ ਦੇ ਸਕਦੀ। ਇਸ ਕਰਕੇ ਥਿਰ ਪਰਮਾਤਮਾ ਹੈ। ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਥਿਰ ਹੈ। ਪਰਮਾਤਮਾ ਦੇ ਸੇਵਕ ਜਿਹੜੇ ਪਰਮਾਤਮਾ ਦੇ ਪਿਆਰ ਵਿੱਚ ਜੁੜ ਗਏ ਉਹ ਥਿਰ ਨੇ, ਭਾਵ ਉਹ ਆਤਮਿਕ ਤੌਰ ਤੇ ਸਦਾ ਸੁਖੀ ਨੇ, ਉਹਨਾਂ ਦੀ ਅਵਸਥਾ ਹਮੇਸ਼ਾ ਕਾਇਮ ਰਹਿਣ ਵਾਲੀ ਹੈ। ਇਹ ਗੁਰੂ ਬਾਬਾ ਜੀ ਕਹਿੰਦੇ ਫਿਰ ਪਰਮਾਤਮਾ ਦੀ ਸ਼ਰਨ 'ਚ ਆ ਜਾਓ। ਪਰਮਾਤਮਾ ਦੀ ਸ਼ਰਨ ਦਾ ਅਰਥ ਇਹ ਹੈ ਕਿ ਉਸ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਜੋ ਪਰਮਾਤਮਾ ਦੇ ਗੁਣ ਨੇ, ਜੋ ਪਰਮਾਤਮਾ ਦਾ ਸੁਭਾਵ ਹੈ, ਉਸ ਨੂੰ ਆਪਣੀ ਜ਼ਿੰਦਗੀ ਅੰਦਰ ਧਾਰਨ ਕਰ ਲੈਣਾ। ਜਦੋਂ ਅਸੀਂ ਗੁਰੂ ਕਾ ਪਾਵਨ ਬਖਸ਼ਿਸ਼ ਕੀਤਾ ਮੂਲ ਮੰਤਰ ਪੜ੍ਹਦੇ ਹਾਂ, ਉੱਥੇ ਪਰਮਾਤਮਾ ਦਾ ਸਰੂਪ ਸਤਿਗੁਰੂ ਜੀ ਨੇ ਬਿਆਨ ਕੀਤਾ ਹੈ ਕਿ ਪਰਮਾਤਮਾ ਅਕਾਲ ਮੂਰਤ ਹੈ, ਪਰਮਾਤਮਾ ਨਿਰਭਉ ਹੈ, ਪਰਮਾਤਮਾ ਸਤਨਾਮ ਹੈ, ਪਰਮਾਤਮਾ ਇੱਕੋ ਹੀ ਹੈ। ਇਵੇਂ ਉਹ ਜੋ ਪਰਮਾਤਮਾ ਦੇ ਗੁਣ ਨੇ ਕਿ ਪਰਮਾਤਮਾ ਇੱਕ ਹੈ, ਇੱਕ ਦੇ ਪਿਆਰ 'ਚ ਜੁੜ ਕੇ ਏਕਤਾ ਦੀ ਗੱਲ ਕਰਨੀ, ਇਹ ਪਰਮਾਤਮਾ ਦੀ ਸ਼ਰਨ ਹੈ। ਉਹ ਜਿਹੜਾ ਸਦਾ ਸੱਚ ਹੈ, ਉਹਦੇ ਪਿਆਰ 'ਚ ਜੁੜ ਕੇ ਸੱਚ ਦੇ ਨਾਲ ਜੁੜਨਾ, ਸੱਚ ਦਾ ਸਾਥ ਦੇਣਾ, ਇਹ ਪਰਮਾਤਮਾ ਦੀ ਸ਼ਰਨ ਹੈ। ਉਹ ਜਿਹੜਾ ਨਿਰਵੈਰ ਹੈ, ਉਹਦੇ ਪਿਆਰ ਜੁੜ ਕੇ ਆਪ ਵੀ ਸਮੁੱਚੀ ਮਾਨਵਤਾ ਨੂੰ ਪਿਆਰ ਕਰਨਾ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ, ਇਹ ਪਰਮਾਤਮਾ ਦੀ ਸ਼ਰਨ ਹੈ। ਉਹ ਜਿਹੜਾ ਨਿਰਭਉ ਹੈ, ਉਹਦੇ ਪਿਆਰ 'ਚ ਜੁੜ ਕੇ ਜ਼ਿੰਦਗੀ 'ਚ ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਤੋਂ ਡਰਨਾ। ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤ ਆਨ, ਨਾ ਡਰਨਾ ਤੇ ਨਾ ਡਰਾਉਣਾ, ਇਹ ਪਰਮਾਤਮਾ ਦੀ ਸ਼ਰਨ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਪਰਮਾਤਮਾ ਦੀ ਸ਼ਰਨ 'ਚ ਆ ਜਾਏਗਾ ਨਾ, ਤੈਨੂੰ ਜ਼ਿੰਦਗੀ 'ਚ ਸਾਰੇ ਸੁੱਖ ਮਿਲ ਜਾਣਗੇ। ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਜੋ ਸੁੱਖ ਮਿਲਦਾ ਹੈ, ਪਰਮਾਤਮਾ ਦੇ ਦਰਸ਼ਨਾਂ ਦਾ ਜੋ ਆਨੰਦ ਹੈ, ਉਸ ਦੀ ਚਰਚਾ ਕਰਦੇ ਹਾਂ। ਸਾਨੂੰ ਵੀ ਉਸ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ, ਉਹਦੇ ਦਰਸ਼ਨਾਂ 'ਚ ਜੁੜ ਕੇ ਜੀਵਨ ਨੂੰ ਸੁਖੀ ਬਣਾਉਣ ਦੀ ਪ੍ਰੇਰਣਾ ਕੀਤੀ ਹੈ। ਸਤਿਗੁਰੂ ਜੀ ਜੋ ਬਚਨ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ 'ਚ ਜੁੜਦੀਆਂ ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਸਾਚੇ ਸਤਿਗੁਰੂ ਦਾਤਾਰਾ। ਸਾਰੰਗ ਰਾਗ ਵਿੱਚ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇਹ ਪਵਿੱਤਰ ਮੁੱਖ ਵਾਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1221 ਤੇ ਅੰਕਿਤ ਹੈ। ਗੁਰੂਦੇਵ ਕਹਿੰਦੇ ਸਾਚੇ ਸਤਿਗੁਰੂ ਦਾਤਾਰਾ। ਸਾਚੇ ਦਾ ਅਰਥ ਹੈ ਸਦਾ ਰਹਿਣ ਵਾਲਾ। ਸਤਿਗੁਰੂ ਦਾ ਅਰਥ ਇੱਥੇ ਪਰਮਾਤਮਾ ਲਈ ਹੈ, ਵਾਹਿਗੁਰੂ ਜੀ ਲਈ, ਪ੍ਰਭੂ ਲਈ ਹੈ। ਦਾਤਾਰਾ ਜੋ ਸਦਾ ਹੀ ਦਾਤਾਂ ਦੇਣ ਵਾਲਾ ਹੈ। ਪਰਮਾਤਮਾ ਦਾਤਾ ਹੈ। ਗੁਰੂ ਕੇ ਬਚਨ ਪੜ੍ਹਦੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਮੁੱਚੀ ਕਾਇਨਾਤ ਨੂੰ ਪਾਲਣ ਵਾਲਾ ਪਰਮਾਤਮਾ ਹੈ। ਸਿਰ ਰਿਜ਼ਕ ਸਮਾਹੇ ਠਾਕੁਰ। ਹਰ ਮਨੁੱਖ ਦਾ ਰਿਜ਼ਕ ਪਰਮਾਤਮਾ ਨੇ ਹਰ ਥਾਂ ਤੇ ਪਹੁੰਚਾਇਆ ਹੋਇਆ ਹੈ। ਉਹ ਦਾਤਾ ਇਹੋ ਜਿਹਾ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ। ਸਮੁੱਚੇ ਜੀਆਂ ਦਾ ਇੱਕੋ ਹੀ ਦਾਤਾ ਹੈ। ਇਹ ਨਹੀਂ ਹੈ ਕਿ ਅਮਰੀਕਾ ਵਾਲੇ ਨੂੰ ਰਿਜ਼ਕ ਹੋਰ ਦੇ ਰਿਹਾ ਹੈ ਤੇ ਆਪਣੇ ਮੁਲਕ ਦੇ ਲੋਕਾਂ ਨੂੰ ਕੋਈ ਹੋਰ ਦੇ ਰਿਹਾ ਹੈ। ਸਮੁੱਚੀ ਕਾਇਨਾਤ ਨੂੰ ਪਾਲਣ ਵਾਲਾ, ਬਣਾਉਣ ਵਾਲਾ, ਚਲਾਉਣ ਵਾਲਾ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਹੈ।
ਸਤਿਗੁਰੂ ਜੀ ਕਹਿੰਦੇ, ਹੇ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀਓ, ਹੇ ਜੀਵਾਂ ਦੇ ਦਾਤੇ ਪ੍ਰਭੂ ਜੀਓ, ਦਰਸ਼ਨ ਦੇਖ ਸਗਲ ਦੁਖ ਨਾਸਹਿ, ਚਰਨ ਕਮਲ ਬਲਿਹਾਰਾ। ਵਾਹਿਗੁਰੂ ਜੀ, ਤੁਹਾਡੇ ਦੀਦਾਰ ਕਰਕੇ ਨਾ ਸਾਰੇ ਦੁੱਖ ਭੱਜ ਜਾਂਦੇ ਨੇ। ਲੋਕੀ ਸੁੱਖ ਲੱਭਦੇ ਨੇ, ਦੁੱਖਾਂ ਤੋਂ ਬਚਣਾ ਚਾਹੁੰਦੇ ਨੇ, ਪਰ ਜਦੋਂ ਤੁਹਾਡੇ ਦਰਸ਼ਨ ਕੀਤੇ ਜਾਂ ਜੋ ਕਰਦੇ ਨਾ, ਉਹਦੀ ਜ਼ਿੰਦਗੀ 'ਚ ਦੁੱਖ ਰਹਿੰਦੇ ਹੀ ਨਹੀਂ ਹੈ। ਸੂਰਜ ਦੇ ਸਾਹਮਣੇ ਆ ਜਾਓ, ਹਨੇਰਾ ਹੀ ਨਹੀਂ ਲੱਭਦਾ। ਪਰਮਾਤਮਾ ਦੇ ਪਿਆਰ ਜੁੜ ਜਾਓ, ਉਹਦੇ ਦਰਸ਼ਨਾਂ ਜੁੜ ਜਾਓ, ਦੁੱਖ ਤਾਂ ਆਪਣੇ ਆਪ ਹੀ ਭੱਜ ਜਾਣਗੇ। ਦੁੱਖਾਂ ਤੋਂ ਡਰਨ ਦੀ ਲੋੜ ਨਹੀਂ ਰਹਿ ਜਾਏਗੀ। ਸਤਿਗੁਰੂ ਜੀ ਨੇ ਇਸੇ ਹੀ ਰਾਗ 'ਚ ਇੱਕ ਪਵਿੱਤਰ ਬਚਨ ਬਖਸ਼ਿਸ਼ ਕੀਤਾ। ਅੱਜ ਤੋਂ ਕੁਝ ਦਿਨ ਪਹਿਲਾਂ ਆਇਆ ਸੀ ਕਿ ਓਏ ਸੁਖ ਕਾਸਿਓ ਬਰਨ ਸੁਨਾਵਤ। ਉਹ ਜਿਹੜਾ ਸੁੱਖ ਹੈ ਨਾ ਪਰਮਾਤਮਾ ਦੇ ਦਰਸ਼ਨਾਂ ਦਾ, ਸਤਿਗੁਰੂ ਜੀ ਕਹਿੰਦੇ ਉਹ ਕਿਹਨੂੰ ਸੁਣਾਇਆ ਜਾ ਸਕਦਾ ਹੈ? ਆਨੰਦ ਵਿਨੋਦ ਪੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ। ਉਹ ਪਰਮਾਤਮਾ ਦੇ ਦੀਦਾਰ ਕਰਕੇ ਜੋ ਸੁੱਖ ਮਿਲਦਾ ਹੈ, ਉਹ ਕਿਵੇਂ ਬਿਆਨ ਕੀਤਾ ਜਾਏ, ਉਹ ਕਿਵੇਂ ਕਿਸ ਨੂੰ ਸੁਣਾਇਆ ਜਾਏ? ਆਨੰਦ ਵਿਨੋਦ ਪੇਖ ਪ੍ਰਭ ਦਰਸ਼ਨ। ਪਰਮਾਤਮਾ ਦੇ ਦੀਦਾਰ ਕੀਤੇ ਨਾ, ਜ਼ਿੰਦਗੀ 'ਚ ਆਨੰਦ ਪੈਦਾ ਹੋ ਗਿਆ, ਵਿਨੋਦ ਜ਼ਿੰਦਗੀ 'ਚ ਖੁਸ਼ੀਆਂ ਪੈਦਾ ਹੋ ਗਈਆਂ, ਮਨ ਮੰਗਲ ਗੁਣ ਗਾਵਤ। ਪਰਮਾਤਮਾ ਦੇ ਦਰਸ਼ਨ ਤੇ ਬਹੁਤ ਮਹਾਨ ਚੀਜ਼ ਹੈ। ਪਰਮਾਤਮਾ ਦੇ ਗੁਣ ਹੀ ਗਾਉਣੇ ਸ਼ੁਰੂ ਕਰ ਦਿਓ ਨਾ, ਪਰਮਾਤਮਾ ਦੇ ਗੁਣ, ਪਰਮਾਤਮਾ ਦੇ ਨਾਮ ਦਾ ਸਿਮਰਨ, ਪਰਮਾਤਮਾ ਦੀ ਸਿਫਤ ਸਲਾਹ। ਸਤਿਗੁਰੂ ਜੀ ਕਹਿੰਦੇ ਮਨ ਮੰਗਲ ਗੁਣ ਗਾਵਤ। ਉਹਦੇ ਗੁਣ ਗਾਉਂਦਿਆਂ ਮਨ ਦੇ ਵਿੱਚ ਮੰਗਲਾਚਾਰ, ਆਨੰਦ ਪੈਦਾ ਹੋ ਜਾਂਦਾ ਹੈ, ਚਾਉ ਪੈਦਾ ਹੋ ਜਾਂਦਾ ਹੈ, ਖੁਸ਼ੀਆਂ ਪੈਦਾ ਹੋ ਜਾਂਦੀਆਂ ਨੇ। ਬਿਸਮ ਪਈ ਪੇਖ ਬਿਸਮਾਦੀ, ਪੂਰ ਰਹੇ ਕਿਰਪਾਵਤ। ਉਹ ਜਿਹੜਾ ਬਿਸਮਾਦ ਪ੍ਰਭੂ ਹੈ ਨਾ, ਬਿਸਮਾਦ, ਬਿਸਮ ਤੋਂ ਬਿਸਮਾਦ ਸ਼ਬਦ ਬਣਿਆ। ਕੋਈ ਬੜੀ ਆਪਾਂ ਨਵੀਂ ਚੀਜ਼ ਦੇਖੀਏ ਨਾ, ਬੜਾ ਸੁੰਦਰ ਕੋਈ ਫੁੱਲ ਖਿੜਿਆ ਸੁੰਦਰ ਦੇਖੀਏ, ਅਸੀਂ ਕਹਿੰਦੇ ਵਾਹ, ਆਸ਼ਚਰਜ, ਵੰਡਰਫੁਲ ਜਿਹਨੂੰ ਆਪਾਂ ਕਹਿੰਦੇ। ਜਿੱਥੇ ਜਾ ਕੇ ਸਾਡੇ ਅੰਦਰ ਇੱਕ ਇਹੋ ਜਿਹਾ ਆਨੰਦ ਆਏ ਜਿਹਨੂੰ ਅਸੀਂ ਬਿਆਨ ਨਾ ਕਰ ਸਕੀਏ। ਉਹ ਪਰਮਾਤਮਾ ਜੋ ਬਿਸਮਾਦੀ ਹੈ, ਉਹ ਪਰਮਾਤਮਾ ਜੋ ਕਿਰਪਾ ਦਾ ਕਰ ਸਾਰੇ ਰਮਿਆ ਹੋਇਆ, ਪੂਰ ਰਹੇ ਦਾ ਅਰਥ ਹੈ ਸਾਰੇ ਪਰਿਪੂਰਨ ਹੈ। ਉਹਦੇ ਦੀਦਾਰ ਕਰਦਿਆਂ ਮੈਂ ਵੀ ਬਿਸਮ ਵਿੱਚ ਚਲੇ ਗਿਆ। ਬਿਸਮ ਬਿਸਮ ਪਏ ਬਿਸਮਾਦ, ਮੈਂ ਵੀ ਬਿਸਮਾਦ ਵਿੱਚ ਚਲਿਆ ਗਿਆ। ਔਰ ਸਤਿਗੁਰੂ ਜੀ ਕਹਿੰਦੇ ਨੇ ਇੱਥੇ ਹੀ ਬਸ ਨਹੀਂ ਹੈ, ਉਸ ਪਰਮਾਤਮਾ ਦੇ ਦੀਦਾਰ ਕਰਦਿਆਂ ਜਿੱਥੇ ਬਿਸਮਾਦ ਚਲ ਗਿਆ, ਪੀਓ ਅੰਮ੍ਰਿਤ ਨਾਮ ਨਿਰਮੋਲਕ, ਜਿਉਂ ਪੇਖ ਗੂੰਗਾ ਮੁਸਕਾਵਤ। ਜਿਵੇਂ ਕੋਈ ਗੂੰਗਾ ਜਿਹੜਾ ਹੈ ਨਾ, ਗੁੜ ਨੂੰ ਖਾ ਕੇ ਮੁਸਕਰਾਉਂਦਾ ਹੈ, ਉਹਦੇ ਅੰਦਰ ਆਨੰਦ ਪੈਦਾ ਹੁੰਦਾ ਹੈ ਪਰ ਬਿਆਨ ਨਹੀਂ ਕਰ ਸਕਦਾ। ਪਰਮਾਤਮਾ ਦੇ ਦੀਦਾਰ ਕਰਦੇ ਹਾਂ, ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ, ਜੋ ਆਨੰਦ ਮੇਰੇ ਅੰਦਰ ਪੈਦਾ ਹੋਇਆ ਹੈ, ਸਤਿਗੁਰੂ ਜੀ ਕਹਿੰਦੇ ਮੈਂ ਵੀ ਬਿਆਨ ਨਹੀਂ ਕਰ ਸਕਦਾ। ਓਏ ਸੁਖ ਕਾਸਿਓ ਬਰਨ ਸੁਨਾਵਤ। ਅਸੀਂ ਦੁਨੀਆ ਦੀ ਕੋਈ ਵੀ ਚੀਜ਼ ਜੇ ਖਾਂਦੇ ਹਾਂ, ਅਸੀਂ ਕਹਿੰਦੇ ਇਹ ਚੀਜ਼ ਤੇ ਇੱਦਾਂ ਦੀ ਸਵਾਦ ਹੈ, ਉਹਨੂੰ ਕਿਸੇ ਚੀਜ਼ ਦੇ ਨਾਲ ਤੁਲਨਾ ਦੇ ਦਿੰਦੇ ਹਾਂ। ਬੱਚਾ ਸੁੰਦਰ, ਅਸੀਂ ਕਹਿੰਦੇ ਫੁੱਲ ਵਰਗਾ ਸੋਹਣਾ ਹੈ, ਕੋਮਲ ਹੈ। ਚੰਦਰਮਾ ਵਰਗਾ ਮੁਖੜਾ ਹੈ, ਅਸੀਂ ਕਹਿੰਦੇ ਸ਼ਹਿਦ ਵਾਂਗੂ ਮਿੱਠਾ ਹੈ, ਗੁੜ ਵਾਂਗੂ ਮਿੱਠਾ ਹੈ, ਮਿਸ਼ਰੀ ਵਾਂਗੂ ਮਿੱਠਾ ਹੈ। ਅਸੀਂ ਕੁਝ ਨਾ ਕੁਝ ਉਦਾਹਰਨਾਂ ਰੱਖੀਆਂ ਹੋਈਆਂ ਨੇ, ਚੀਜ਼ ਨੂੰ ਬਿਆਨ ਕਰਨ ਦੇ ਲਈ ਉਹਦਾ ਕੋਈ ਬਦਲ ਲੱਭ ਲੈਂਦੇ ਹਾਂ। ਪਰ ਸਤਿਗੁਰੂ ਜੀ ਕਹਿੰਦੇ ਜੋ ਪਰਮਾਤਮਾ ਦੇ ਦਰਸ਼ਨਾਂ ਦਾ ਆਨੰਦ ਹੈ, ਉਸ ਆਨੰਦ ਨੂੰ ਤੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਉਹ ਸੁਖ ਕਾਸਿਓ ਬਰਨ ਸੁਨਾਵਤ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਦਰਸ਼ਨ ਦੇਖ ਸਗਲ ਦੁੱਖ ਨਾਸਹਿ, ਚਰਨ ਕਮਲ ਬਲਿਹਾਰਾ। ਵਾਹਿਗੁਰੂ ਜੀਓ, ਤੁਹਾਡੇ ਦਰਸ਼ਨ ਦੇਖਦਿਆਂ ਹੀ ਸਾਰੇ ਦੁੱਖ ਮਿਟ ਕੇ, ਦਰਸ਼ਨ ਪਰਮਾਤਮਾ ਦੇ। ਹੁਣ ਪਰਮਾਤਮਾ ਦਾ ਕੋਈ ਰੂਪ ਰੰਗ ਰੇਖ ਚੱਕਰ ਚਿਹਨ ਜਾਤ ਪਾਤ ਹੈ ਨਹੀਂ ਹੈ, ਉਹਦੇ ਦਰਸ਼ਨ ਕਿਵੇਂ ਹੋਣ? ਇਹਨਾਂ ਅੱਖਾਂ ਨਾਲ ਤੇ ਪਰਮਾਤਮਾ ਦੇ ਦਰਸ਼ਨ ਵੈਸੇ ਵੀ ਨਹੀਂ ਹੋ ਸਕਦੇ। ਇਹ ਅੱਖਾਂ ਆਕਾਰ ਹੀ ਦੇਖ ਸਕਦੀਆਂ ਨੇ, ਨਿਰਾਕਾਰ ਨੂੰ ਨਹੀਂ ਦੇਖ ਸਕਦੀਆਂ। ਇਹ ਅੱਖਾਂ ਰੰਗ ਨੂੰ ਦੇਖ ਸਕਦੀਆਂ ਨੇ, ਬੇਰੰਗ ਨੂੰ ਨਹੀਂ ਦੇਖ ਸਕਦੀਆਂ। ਇਹ ਅੱਖਾਂ ਅਰੂਪ ਨੂੰ ਦੇਖ ਸਕਦੀਆਂ ਨੇ, ਅਰੂਪ ਨੂੰ ਨਹੀਂ ਦੇਖ ਸਕਦੀਆਂ। ਪਰਮਾਤਮਾ ਰੰਗ ਰਹਿਤ ਤੋਂ ਨਿਆਰਾ ਹੈ, ਰੂਪ ਤੋਂ ਨਿਆਰਾ ਹੈ,
चक्कर चिन्ह अर वर्ण जात अर पात नाहन जे रूप रंग अर रेख पेखो कह न सकत के। कोई ਉਹਦਾ रूप रंग रेख पेख है नहीं है। गुरबाणी कहती है कि वो परमात्मा के दर्शन जिहड़े ने सिअखड़ियां बयान जिन्नी दिशंदो मां पेरी, वो अखां ये नहीं है, वो अखां को होर ने, वो अखां ने सुरत दियां। हुण परमात्मा के दर्शन सतगुरु जी कहते करके ते सारे दुख भज गए। परमात्मा के दर्शन की ने, जदों वाहिगुरु जी की सिफत सलाह च कोई प्राणी जुड़दा है, परमात्मा की कीर्ति करदा है, परमात्मा के गुण गाउंदा है, परमात्मा के गुण गाउंदियां जदों अंदरों वो निर्वैर हो जाए, परमात्मा के गुण गाउंदियां ਉਹਦੇ अंदरों डर कटिया जाए, परमात्मा के गुण गाउंदियां ਉਹਦੇ अंदर सच वस जाए, मन साचा मुख साचा सोए वाली अवस्था बन जाए। परमात्मा के गुण गाउंदियां ਉਹਦੇ अंदर संतोख आ जाए, ਉਹਦੇ अंदर सहनशीलता आ जाए, ਉਹਦੇ अंदर रब्बी गुण आ जाए। ਇਹ ਜਿਹੜਾ जिंदगी का पद्धर है ना, ਇਹ ਜਿਹੜੀ ਸਾਡੀ ਸੁਰਤ ਦੀ अवस्था है, मन का एक लैवल है, ये परमात्मा के दर्शन ने। जदों किसी मनुख के अंदर संतोख आ जाए, सहज आ जाए, सहनशीलता आ जाए, निर्वैरता आ जाए, निरभैता आ जाए, सच आ जाए, उदों जिंदगी च आनंद किन्ना है उन्होंने तो वर्णन नहीं किया जा सकता। असी किते जिंदगी च थोड़ा जिहा परोपकार कर लीए तो सानू अंदरों बड़ी खुशी मिलती, लोग एप्रीशिएट भी करते ने, ना भी करन, सानू किसी की कोई मदद करके भुले भटके नूं रस्ता दस के, दुखी दी को हैल्प करके अंदरों एक खुशी मिलती है, अंदर एक स्वैमान पैदा होता है। ये तो एक काम कीतिया होया, अंदर साडे कोई इहो जिहा कारज हो जाए कि असी अंदरों ईर्खा तो रहत हो जाइए। देखो दरअसल अवस्था परमात्मा है तो साडे अंदर है ना, परमात्मा किते बाहर नहीं है। परमात्मा के दर्शन किते बाहरों धर्म स्थान तो नहीं होने, या किते जंगल चो नहीं होने, या किते सतवें आकाश चो नहीं होने। परमात्मा के दर्शन तो अपने अंदरों ही होने ने, वो तो साडे अंदर ही बैठे हुए है। हुण अंदरों परमात्मा के दर्शन की दर्शन ने, परमात्मा ते अंदर है। परमात्मा जो साडे अंदर सी, वो आ जिहड़ा दुनिया का कूड़ा करकट है ना, साडे ईर्खा वैर विरोध अनेक तरह के होर अवगुण, इन्हां दे अंदर ही लुक गए परमात्मा के दर्शन। ज्यों ज्यों परमात्मा का सिमरन करते हैं, वाहिगुरू जी के गुण गाउंदे हैं, साडे अंदरों मैल मिटदी है, साडे अंदरों एक कूड़ा करकट जां डस्ट जां हनेरा खत्म हुंदा है, असी अंदरों पवित्र हुंदे जांदे हैं। ज्यों ज्यों अंदरों पवित्र होंदे हैं, अंदरों निर्वैर हुंदे हैं, अंदरों निरभव ने। वैर कादे करके साडा लोगां दे नाल? इस करके कि वो वड्डा है मैं छोटा हाँ, वो मेरे तो अगे वधदा जांदा है, वो बगाना है मैं अपना, इसे करके है ना। इस करके ज्यों ज्यों अंदर परमात्मा का प्यार आउंदा जाए, त्यों त्यों अंदर संतोख, त्यों त्यों अंदर निर्वैरता, त्यों त्यों अंदर निरभैता हुंदी जांदी है। बस यह जिहड़ी अवस्था आ जाए ना, इस अवस्था दे सुख नूं बयान नहीं किया जा सकता। यही परमात्मा के दर्शन ने। सतगुरु साहिब जी कहते हैं कि वह परमात्मा के दर्शन कीते सगल दुख नासै, सारे दुख मिट गए। दुख छोटा जिहा बच्चा हुंदा है ना, छोटा जिहा बच्चा, उस बच्चे नूं तां कोई दुख नहीं हुंदा। देखो हसदा रहिंदा है, कोई ईर्खा नहीं, कोई वैर नहीं, कोई किसी का डर नहीं, ऐन हसदा रहिंदा वो बच्चा। मनुख दे कोल सब कुछ है, वो बच्चा तो अजे देखो ना कुछ कर भी नहीं सकता, ना वो दौड़ सकता है, ना कोई हत्थां नाल तगड़ा काम कर सकता है। शरीरक तौर पर वो बड़ा कोमल जिहा है, बड़ा मासूम जिहा है, पर वो बड़ा निरभै जिहा है। वो बच्चा भोड़ा जिहा है, बड़ा हसदा है। मनुख तो तगड़ा हो गया, ये शरीर च भी ताकत आ गई, ये मानसिक तौर पर बड़ा सियाणा हो गया, ये कोल धन है, दौलत है, होर बहुत कुछ इन्हें अपने कोल रखिया होया अपनी सुरक्षा दे लई। फिर ये क्यों डरिया होया? एक मनुख की गल नहीं है, जिहदे कोल जिन्ने बहुते साधन उन्ना वो ज्यादा डरिया होया। जिहदे कोल बहुते साधन उन्ना वो ज्यादा अंदरों भुखा है, उन्ना वो ज्यादा अंदरों ईर्खा नाल भरिया होया है, अंदरों वो ज्यादा क्रोध नाल भरिया है। जिन्ने ज्यादा साधन, आम मनुख दे कोल ते साधन नहीं है, लेकिन चलो कुदरती है कि वो डरे है।
ਹੁਣ ਅਸੀਂ ਦੇਖਦੇ ਹਾਂ ਦੁਨਿਆਵੀ ਤੌਰ ਤੇ ਜਿਹੜੇ ਰਾਜ ਗੱਦੀਆਂ ਕੋ ਬੈਠੇ ਉਹਨਾਂ ਕੋਲ ਤਾਂ ਸਾਧਨ ਬੜੇ ਨੇ, ਪਰ ਕੋਈ ਕਿਸੇ ਮਨਿਸਟਰ ਨੂੰ ਕਹੋ ਤੁਸੀਂ ਜਾਂ ਕਿਸੇ ਸਟੇਟ ਦੇ ਆਗੂ ਨੂੰ ਕਹੋ ਕਿ ਤੂੰ ਇਕੱਲਾ ਕਿਸੇ ਨਗਰ ਮਹੱਲੇ ਚੋਂ ਲੰਘ ਕੇ ਦੱਸ, ਜਾਂ ਤੂੰ ਇਕੱਲਾ ਕਿਸੇ ਪਬਲਿਕ ਦੇ ਵਿੱਚ ਜਾ ਕੇ ਦੱਸ, ਉਹ ਨਹੀਂ ਜਾਏਗਾ, ਉਹਨੂੰ ਡਰ ਲੱਗਦਾ। ਜਿੰਨੇ ਉਹਦੇ ਕੋਲ ਸਾਧਨ ਉਹਨਾਂ ਉਹ ਜ਼ਿਆਦਾ ਡਰਿਆ ਹੋਇਆ, ਉਹਦੇ ਅੰਦਰ ਉਨੀ ਜ਼ਿਆਦਾ ਭੁੱਖ ਹੁੰਦੀ ਹੈ। ਦੇਖੋ ਨਾ, ਇੱਕ ਆਮ ਬੰਦਾ ਆਪਣੀ ਕਿਰਤ ਕਰਦਾ ਹੈ ਤੇ ਆਪਣੀ ਕਿਰਤ ਦੇ ਵਿੱਚੋਂ ਹੀ ਵਰਤ ਕੇ ਬੜਾ ਖੁਸ਼ ਹੁੰਦਾ ਹੈ ਕਿ ਮੈਂ ਫਰੀ ਕੋਈ ਚੀਜ਼ ਨਹੀਂ ਲੈਣੀ, ਮੈਂ ਕੋਈ ਮੁਫਤ ਦੀ ਚੀਜ਼ ਨਹੀਂ ਲੈਣੀ। ਉਹ ਖੁਸ਼ ਹੁੰਦਾ ਹੈ ਆਪਣੀ ਇਸ ਕਿਰਤ ਦੇ ਵਿੱਚੋਂ ਚੀਜ਼ਾਂ ਨੂੰ ਵਰਤ ਕੇ। ਲੇਕਿਨ ਜਿੰਨੇ ਬਹੁਤੇ ਜ਼ਿਆਦਾ ਸਗੋਂ ਰੁਤਬਿਆਂ ਤੇ ਆ ਗਏ, ਉਹ ਤੇ ਕਹਿੰਦੇ ਕਿ ਸਾਡਾ ਮੁਫਤ ਜੀ ਕੰਮ ਸਰੀ ਜਾਏ। ਉਹ ਤੇ ਵੱਡੀ ਵੀ ਲੈਣਾ ਜਾਣਦੇ ਨੇ, ਉਹ ਹੋਰ ਵੀ ਕਈ ਤਰ੍ਹਾਂ ਦੀਆਂ ਬੇਈਮਾਨੀਆਂ ਕਰੀ ਜਾਂਦੇ ਨੇ। ਇਹਦਾ ਮਤਲਬ ਭੁੱਖ ਉਹਨਾਂ ਦੇ ਅੰਦਰ ਬਹੁਤੀ ਆ ਗਈ। ਜਦੋਂ ਮਨੁੱਖ ਦੇ ਅੰਦਰ ਪਰਮਾਤਮਾ ਦੇ ਗੁਣ ਗਾਉਂਦੇ ਆ, ਉਹ ਗੁਣ ਆ ਜਾਣਗੇ ਅੰਦਰ, ਸੰਤੋਖ, ਅੰਦਰ ਦਇਆ, ਅੰਦਰ ਧਰਮ, ਅੰਦਰ ਪਿਆਰ, ਅੰਦਰ ਨਿਰਵੈਰਤਾ, ਅੰਦਰ ਨਿਰਭੈਤਾ। ਜੋ ਆਨੰਦ ਆਏਗਾ ਉਸ ਆਨੰਦ ਨੂੰ ਬਿਆਨ ਨਹੀਂ ਕੀਤਾ ਜਾਏਗਾ। ਦੇਖੋ, ਮਨੁੱਖ ਸੰਤੋਖੀ ਹੋਏ ਨਾ, ਸੰਤੋਖੀ ਅੰਦਰੋਂ ਰਜਿਆ ਹੁੰਦਾ ਹੈ, ਬਾਹਰੋਂ ਭਾਵੇਂ ਉਹ ਕਿਸ ਹਾਲਤ 'ਚ, ਇਹ ਗੱਲ ਵੱਖਰੀ ਹੈ। ਗੁਰਬਾਣੀ ਨੇ ਇੱਕ ਗੱਲ ਕਹੀ ਹੈ ਕਿ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨ ਪਤ ਨ ਆਦਰੋ ਉਦਿਆਨ ਪ੍ਰਮਿੰਨਾ, ਮਿੱਤਰ ਨ ਇਸ਼ਤਨ ਰੂਪ ਹਿਣ ਕੇ ਸਾਖ ਨ ਛਿੰਨਾ, ਰਾਸਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਠੀਕ ਹੈ, ਬਾਹਰੋਂ को बहुत ਵੱਡਾ महल नहीं, टुटी जी छन है, चौंपड़ी है, वो भी हवा का बुला आया तो उड़ गई। कपड़े भी एवें लीरा ही लमक रही ने, पुराने जहे ने। कोई कोल बैठ के दुख सुख फोलण वाला मित्र नहीं, रिश्तेदार नहीं है जिहड़ा हमदर्दी कर सके। लेकिन रब दे प्यार च जुड़े है, अंदरों इन्ने आनंद च है कि वो सगल सृष्ट दा राजा होए। देखो, एक स्टेट, एक मुल्क दे राजे होना किड्डी वड्डी गल है, लेकिन कोई सगल सृष्टि दा राजा होवे, सगल सृष्टि दे सुख उहदे कोल होण, सगल सृष्टि दा आनंद उहदे कोल होए। बाहरों वो किवें है ये गल मायने नहीं रखदी, वो अंदरों किवें इस गल दे नाल देखिया जाना है। सतगुरु जी कहंदे जदों कोई परमात्मा दे गुण गाउंदा है, अंदरों अपने परमात्मा दे दीदार कर लैंदा है। दर्शन देख सगल दुख नास हैं, चरण कमल बलिहारा। ओ परमात्मा अमोघ दर्शन अजोंबी संभो, अजोनी संभो। ओ परमात्मा दे दर्शन अमोघ, अमोघ उस चीज़ नूं कहंदे ने जिहड़ा तीर निशाने ते लगे खुंजे ना। परमात्मा दे दीदार जो कर ले उत्थे दुख रह ही नहीं सकता। उस मनुख नूं कदी कोई सुखां तो वांझियां रख ही नहीं सकता। दुनिया जिन्ना मर्जी यतन कर ले उस मनुख नूं दुखी करन दा, उन्होंने दुखी को कर ही नहीं सकता। दुनिया दुखी करना चाहती है। इतिहास भरिया पिया है रब्बी प्यारियां दा। तत्ती तवी ते बिठा दिता कि दुखी होके साडी गल मन लैणगे। किसी नूं आरे नाल चीर दिता गया कि दुखी होके साडी गल मन लेगा। पर की उन्हां नूं कोई दुखा सकिया? वो तो बड़े आनंद विच ने। इस करके सतगुरु साहब जी कहते वो वाहिगुरु जी दे दीदार जदों कीते दुख भज गए, दुख नेड़े ना आए। नस हैं चरण कमल बलिहारा। हे वाहिगुरु जी मैं तुहाडे पवित्र चरण जो कमल वर्गे ने उन्हां तो बलिहार जाना। चरण का अर्थ है रबी गुण। कमल वांगू सुंदर, कमल वांगू कोमल, कमल वांगू खिड़े होए वो परमात्मा के जिहड़े पवित्र चरण ने आचार है, किरदार है, सुभाव है। वाहिगुरु जी मैं तुहाडे इस चरणों तो बलिहार जांदा क्योंकि तुहाडे चरणों नाल जुड़न करके तुहाडे दीदार होए। ज्यों ज्यों तुहाडे गुण गाए वो मेरे अंदर रब्बी अवस्था पैदा हो गई। वो जिहड़ा रब्बी स्वरूप सी ना, रब्बी स्वरूप जिहड़ा मेरे अंदर रब बैठा होया है वो प्रगट हो गया, वो दीदार हो गए। हुण मेरी जिंदगी चो सारे दुख अपने आप भज गए। वाहिगुरु जी तुहाडे पावन पवित्र चरण कमलों तो मैं बलिहार जांदा हाँ। रहाओ सत परमेश्वर सत साध जन निश्चल हर का नाओ। मनुख सुख चाहुंदा है
ਸੁਖ ਮੰਨਣਾ ਮਨੁੱਖ ਦਾ ਅਧਿਕਾਰ ਹੈ, ਮਨੁੱਖ ਦੀ ਲੋੜ ਵੀ ਹੈ, ਮਨੁੱਖ ਦਾ ਅਧਿਕਾਰ ਵੀ ਹੈ। ਪਰ ਮਨੁੱਖ ਸੁੱਖ ਜਿਨ੍ਹਾਂ ਚੀਜ਼ਾਂ 'ਚੋਂ ਭਾਲਦਾ ਹੈ ਉਹ ਤਾਂ ਆਪ ਸੁੱਖਾਂ 'ਚ ਨਹੀਂ ਹੈ। ਅਸੀਂ ਚਾਹੁੰਦੇ ਕੋਈ ਰਿਸ਼ਤੇਦਾਰ ਸੁੱਖ ਦੇ ਦੇਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਹੈ, ਜਿਸ ਮਾਨਕ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਜਿਹਦੇ ਕੋਲ ਮੈਂ ਜਾ ਕੇ ਕੋਈ ਆਪਣੀ ਦੁੱਖ ਦੀ ਗੱਲ ਸੁਣਾਉਣਾ ਚਾਹੁੰਦਾ ਨਾ, ਉਹ ਪਹਿਲਾਂ ਦੁੱਖਾਂ ਨਾਲ ਭਰਿਆ ਪਿਆ, ਉਹਦੇ ਦੁੱਖ ਹੀ ਬੜੇ ਨਿਰਾਲੇ ਜਿਹੇ ਨੇ। ਜਿਸ ਚੀਜ਼ ਦੇ ਰਾਹੀਂ ਅਸੀਂ ਸੁੱਖ ਚਾਹੁੰਦੇ ਹਾਂ ਕਿ ਚਲੋ 4 ਪੈਸੇ ਹੋਣਗੇ ਸੁਖੀ ਹੋ ਜਾਓਗੇ, ਉਹ ਪੈਸੇ ਤੇ ਸਦਾ ਰਹਿੰਦੇ ਹੀ ਨਹੀਂ। ਜਿਹੜੀ ਚੀਜ਼ ਸਦਾ ਥਿਰ ਨਾ ਰਹੇ ਉਹ ਸਾਨੂੰ ਸਦਾ ਸੁੱਖ ਨਹੀਂ ਦੇ ਸਕਦੀ। ਜੇ ਸੁੱਖ ਮਿਲਦਾ ਤੇ ਅਲਪ ਮਿਲਦਾ, ਖਿਨ ਮਾਤਰ ਮਿਲਦਾ, ਕੁਝ ਸਮੇਂ ਲਈ ਮਿਲਦਾ। ਸਤਿਗੁਰੂ ਜੀ ਕਹਿੰਦੇ ਜੇ ਆਪਾਂ ਸਦਾ ਸੁੱਖ ਚਾਹੁੰਦੇ ਹਾਂ, ਸਤਿਗੁਰੂ ਜੀ ਦਾ ਬਚਨ ਹੈ, ਜੋ ਸੁਖ ਕੋ ਚਾਹੇ ਸਦਾ ਸਰਣ ਰਾਮ ਕੀ ਲੈ। ਬੰਦਿਆ ਜੇ ਤੂੰ ਸਦਾ ਸੁੱਖ ਚਾਹੁੰਦਾ ਹੈ ਤੇ ਉਹ ਪਰਮਾਤਮਾ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਅਬਿਨਾਸੀ ਹੈ ਜਿਹੜਾ ਪਰਮਾਤਮਾ, ਉਸ ਪਰਮਾਤਮਾ ਦੀ ਸ਼ਰਨ ਚਾਹ। ਉਹ ਪਰਮਾਤਮਾ ਸਤ ਪਰਮੇਸ਼ਰ, ਸਤ ਦਾ ਅਰਥ ਹੈ ਸਦਾ ਕਾਇਮ ਰਹਿਣ ਵਾਲਾ। ਉਹ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸਦਾ ਹਮੇਸ਼ਾ ਕਾਇਮ ਰਹਿਣ ਵਾਲਾ ਜਿਹੜਾ ਪਰਮੇਸ਼ਰ ਹੈ। ਸਤ ਸਾਧ ਜਨ। ਹੁਣ ਪਰਮਾਤਮਾ ਦੇ ਦਰਸ਼ਨਾਂ 'ਚੋਂ ਸੁੱਖ ਮਿਲਦਾ ਹੈ, ਪਰ ਉਸ ਪਰਮਾਤਮਾ ਦੇ ਦਰਸ਼ਨ ਹੋਣ ਕਿਵੇਂ, ਉਸ ਪਰਮਾਤਮਾ ਦੇ ਨਾਲ ਸਾਂਝ ਬਣੇ ਕਿਵੇਂ? ਪਹਿਲੀ ਗੱਲ ਕੀ ਸੀ ਕਿ ਉਹਦੇ ਚਰਨਾਂ ਤੋਂ ਬਲਿਹਾਰ ਜਾਈਏ, ਉਹਦੇ ਗੁਣਾਂ ਦਾ ਗਾਇਨ ਕਰੀਏ। ਸਤ ਪਰਮੇਸ਼ਰ, ਉਹ ਪਰਮਾਤਮਾ ਦਾ ਨਾਮ ਸਤ ਹੈ। ਉਸ ਪਰਮਾਤਮਾ ਦੇ ਨਾਮ ਨਾਲ ਜੁੜੀਏ, ਸਾਨੂੰ ਤਾਂ ਪਰਮਾਤਮਾ ਦੇ ਦੀਦਾਰ ਹੋਣਗੇ। ਸਤ ਸਾਧ ਜਨ, ਜੇ ਪਰਮਾਤਮਾ ਦੇ ਦੀਦਾਰ ਕਰਨੇ ਨੇ, ਪਰਮਾਤਮਾ ਦੇ ਜਿਹੜੇ ਸਾਧ ਜਨ ਨੇ, ਰੱਬ ਦੇ ਜਿਹੜੇ ਪਿਆਰੇ ਨੇ, ਉਹ ਵੀ ਸਦਾ ਕਾਇਮ ਰਹਿਣ ਵਾਲੇ ਨੇ। ਭਾਵ ਜੋ ਉਹਨਾਂ ਨੂੰ ਅਵਸਥਾ ਮਿਲੀ ਸੁੱਖਾਂ ਦੀ, ਉਹ ਸਦਾ ਕਾਇਮ ਰਹਿਣ ਵਾਲੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬਚਨ ਹੈ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਸਤਿਗੁਰੂ ਜੀ ਕਹਿੰਦੇ ਇਸ ਧਰਤੀ ਤੇ ਨਾਮ ਸਦਾ ਕਾਇਮ ਰਹਿਣਾ ਹੈ, ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣਾ ਹੈ। ਸਾਧੂ ਪੁਰਖਾਂ ਦੀ ਵਡਿਆਈ ਸਦਾ ਕਾਇਮ ਰਹਿਣੀ ਹੈ, ਔਰ ਗੁਰੂ ਜੋ ਗੋਬਿੰਦ ਦਾ ਰੂਪ ਹੈ ਉਹਦੀ ਵਡਿਆਈ ਸਦਾ ਕਾਇਮ ਰਹਿਣੀ ਹੈ। ਪਰਮਾਤਮਾ ਦਾ ਨਾਮ, ਪਰਮਾਤਮਾ ਦੇ ਰੂਪ ਗੁਰੂ, ਤੇ ਗੁਰੂ ਦੇ ਰਾਹੀਂ ਜਿਹੜੇ ਰੱਬ ਦੇ ਪਿਆਰ ਜੁੜੇ, ਜਿਹੜੇ ਸੰਤ ਜਨ ਰੱਬ ਦੇ ਪਿਆਰੇ ਨੇ। ਸਤਿਗੁਰੂ ਜੀ ਕਹਿੰਦੇ ਜੇ ਪਰਮਾਤਮਾ ਦੇ ਦੀਦਾਰ ਕਰਨੇ ਨੇ, ਸਤ ਪਰਮੇਸ਼ਰ, ਪਰਮਾਤਮਾ ਦਾ ਨਾਮ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਉਹਦੇ ਪਿਆਰ 'ਚ ਜੁੜਾਂਗੇ ਨਾ, ਅਸੀਂ ਉਹਦੇ ਦੀਦਾਰ ਕਰ ਲਵਾਂਗੇ। ਸਤ ਸਾਧ ਜਨ, ਪਰਮਾਤਮਾ ਦੇ ਜਿਹੜੇ ਸਾਧੂ ਪੁਰਖ ਨੇ, ਰੱਬ ਦੇ ਜਿਹੜੇ ਪਿਆਰੇ ਨੇ, ਭਗਤ ਜਨ ਨੇ, ਉਹਨਾਂ ਦੀ ਸੰਗਤ ਵਿੱਚ ਆਵਾਂਗੇ, ਉੱਥੋਂ ਰੱਬ ਦੇ ਦੀਦਾਰ ਹੋਣਗੇ। ਗੁਰਬਾਣੀ ਕਹਿੰਦੀ ਹੈ ਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਵਿੱਚ ਪਰਮਾਤਮਾ ਵਸਦਾ ਹੈ। ਪਰਮਾਤਮਾ ਦੇ ਦੀਦਾਰ ਕਰਨੇ ਨੇ, ਸਤ ਸੰਗਤ ਵਿੱਚ ਆ ਜਾਈਏ, ਸਾਧੂ ਪੁਰਖਾਂ ਦੀ ਸੰਗਤ ਵਿੱਚ ਆ ਜਾਈਏ। ਸਾਧੂ ਪੁਰਖ ਦਾ ਅਰਥ ਇੱਥੇ ਇਕੱਲੇ ਭੇਖ ਤੋਂ ਨਹੀਂ ਹੈ, ਕਿਉਂਕਿ ਧਰਮ ਦੀ ਦੁਨੀਆ 'ਚ ਭੇਖ ਦੀ ਬੜੀ ਚਰਚਾ ਹੈ, ਤੇ ਜ਼ਿਆਦਾਤਰ ਅਸੀਂ ਭੇਖ ਕਰਕੇ ਕਿਸੇ ਨੂੰ ਸਾਧੂ ਸਮਝ ਲੈਂਦੇ ਹਾਂ। ਸਾਧੂ ਦਾ ਅਰਥ ਜਿਹੜੇ ਸਾਧ ਸੰਗਤ ਨਾਲ ਜੁੜੇ ਨੇ, ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਹੈ, ਜਿਹੜੇ ਸੱਚ ਦੇ ਵਿੱਚ ਧਾਰਨੀ ਬਣ ਗਏ, ਸੱਚ ਵਿੱਚ ਅਭੇਦ ਹੋ ਗਏ।